सत श्री अकाल जी, बहुत बहुत स्वागत। तुसी वेख रहे हो द पंजाब टॉक्स चैनल ਅਤੇ ਤੁਹਾਡੇ ਲਈ प्रोग्राम पेश कर रहे हैं विशेष रिपोर्ट जिस ਦੇ ਇਸ ਤਾਜ਼ਾ ਅੰਕ ਨੂੰ ਲੈ ਕੇ ਹਾਜ਼ਰ ਹਾਂ। मैं इस शो ਦਾ ਮੇਜ਼ਬਾਨ ਅਤੇ ਪੇਸ਼ਕਰਤਾ ਸੁਦੀਪ ਸਿੰਘ ਢਿੱਲੋਂ। ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਨੂੰ ਤੁਸੀਂ ਹਮੇਸ਼ਾ ਦੀ ਤਰ੍ਹਾਂ ਵੇਖ ਰਹੇ ਹੋ ਦ ਪੰਜਾਬ ਟਾਕਸ ਚੈਨਲ ਦੇ ਵੱਖ-ਵੱਖ ਮਾਧਿਅਮ ਜ਼ਰੀਏ ਦੇਸ਼ਾਂ ਵਿਦੇਸ਼ਾਂ ਵਿੱਚ ਦ ਪੰਜਾਬ ਟਾਕਸ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਅਤੇ IPTV ਦੀ ਬ੍ਰੌਡਕਾਸਟ ਰਾਹੀਂ। ਅੱਜ ਦੀ ਇਸ ਗੱਲਬਾਤ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ। ਗੱਲਬਾਤ ਜਿਹਦੇ ਵਿੱਚ ਗੱਲ ਕਰਾਂਗੇ ਇੱਕ ਵਾਰ ਫੇਰ ਕਿਸਾਨਾਂ ਦੀ ਇਸ ਵੇਲੇ ਦੀ ਬਿਲਕੁਲ ਤਾਜ਼ਾ ਸਥਿਤੀ। ਅਕਤੂਬਰ ਮਹੀਨੇ ਦੇ ਇਹਨਾਂ ਦਿਨਾਂ ਦੌਰਾਨ ਕਿਸਾਨ ਜਿਹੜੀ ਚੀਜ਼ ਦਾ ਸੰਘਰਸ਼ ਪਿਛਲੇ ਕਈ ਹਫ਼ਤਿਆਂ ਤੋਂ ਕਰ ਰਹੇ ਨੇ, ਉਹ ਸੰਘਰਸ਼ ਹਾਲੇ ਵੀ ਚੱਲ ਰਿਹਾ ਲੱਗਦਾ ਹੈ। ਇਸ ਸੰਬੰਧੀ ਪਿਛਲੇ ਦਿਨੀ ਮੀਟਿੰਗ ਵੀ ਹੋਈ ਸੀ, ਪਰ ਮੀਟਿੰਗ ਤੋਂ ਬਾਅਦ ਵੀ ਕਿਸਾਨਾਂ ਦਾ ਗੁੱਸਾ ਜਿਹੜਾ ਪੂਰੀ ਤਰ੍ਹਾਂ ਸ਼ਾਂਤ ਨਹੀਂ ਸੀ ਹੋਇਆ। ਅਤੇ ਮੁੱਦਾ ਇਹ ਹੈ ਕਿ ਝੋਨੇ ਦੀ ਫਸਲ ਜੋ ਕਿ ਮੰਡੀਆਂ ਵਿੱਚ ਪਹੁੰਚੀ ਹੋਈ ਹੈ, ਜਿਸ ਸੰਬੰਧੀ ਸਰਕਾਰ ਵੱਲੋਂ ਭਰੋਸਾ ਤਾਂ ਦਵਾਇਆ ਗਿਆ ਸੀ, ਪਰ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਧਿਰਾਂ ਹਾਲੇ ਵੀ ਝੋਨੇ ਦੀ ਜੋ ਲਿਫਟਿੰਗ ਆ, ਮੰਡੀਆਂ ਵਿੱਚੋਂ ਜੋ ਫਸਲ ਚੁੱਕੀ ਜਾਣੀ ਹੈ ਜਾਂ ਖਰੀਦ ਹੋਣੀ ਹੈ, ਉਸ ਦੇ ਪ੍ਰਬੰਧਾਂ ਤੋਂ ਅਤੇ ਉਸ ਦੀ ਪ੍ਰਕਿਰਿਆ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਕਿਸਾਨ ਇਸ ਬੰਨੇ ਕਾਫੀ ਨਾਰਾਜ਼ ਲੱਗ ਰਹੇ ਨੇ ਅਤੇ ਉਹ ਨਾਰਾਜ਼ਗੀ ਇੱਕ ਵਾਰ ਫਿਰ ਕਿਸਾਨੀ ਧਰਨਿਆਂ ਦੇ ਰੂਪ ਵਿੱਚ ਸਾਹਮਣੇ ਆਈ ਹੈ। ਇਸ ਵਿਸ਼ੇ ਦੀ ਤਾਜ਼ਾ ਸਥਿਤੀ ਕੀ ਹੈ ਹੁਣ ਇਸ ਵੇਲੇ ਅਕਤੂਬਰ ਮਹੀਨੇ ਦੇ ਇਹਨਾਂ ਦਿਨਾਂ ਦੌਰਾਨ, ਜਦੋਂ ਕਿ ਅਕਤੂਬਰ ਮਹੀਨਾ ਵੀ ਹੁਣ ਮੁਕੰਮਲ ਹੋਣ ਵੱਲ ਵੱਧ ਰਿਹਾ ਹੈ, ਅਤੇ ਇਸ ਸਮੇਂ ਕੀ ਸਥਿਤੀ ਬਣ ਰਹੀ ਹੈ ਕਿਸਾਨਾਂ ਦੇ ਸੰਘਰਸ਼ ਦੀ ਝੋਨੇ ਦੀ ਖਰੀਦ ਨੂੰ ਲੈ ਕੇ, ਖਰੀਦ ਪ੍ਰਬੰਧਾਂ ਨੂੰ ਲੈ ਕੇ, ਉਸ ਬਾਰੇ ਗੱਲ ਕਰਾਂਗੇ ਅੱਜ ਦੇ ਪ੍ਰਮੁੱਖ ਵਿਸ਼ੇ ਵਜੋਂ। ਇਸ ਤੋਂ ਇਲਾਵਾ ਕੁਝ ਹੋਰ ਵਿਸ਼ਿਆਂ ਦੀ ਵੀ ਗੱਲ ਕਰਨੀ ਹੈ, ਕਈ ਜ਼ਰੂਰੀ ਵਿਸ਼ਿਆਂ ਦੀ। ਇਸ ਸਮੇਂ ਦੇ ਬਿਲਕੁਲ ਤਾਜ਼ਾ ਚਰਚਿਤ ਮਾਮਲਿਆਂ ਵੱਲ ਵੀ ਧਿਆਨ ਪਾਵਾਂਗੇ ਅੱਜ ਦੀ ਹੀ ਇਸੇ ਗੱਲਬਾਤ ਵਿੱਚ ਥੋੜ੍ਹਾ ਅੱਗੇ ਜਾ ਕੇ। ਸੋ ਸਮੁੱਚੇ ਸਮੇਂ ਦੌਰਾਨ ਤੁਸੀਂ ਇਸ ਗੱਲਬਾਤ ਨਾਲ ਇਸੇ ਤਰ੍ਹਾਂ ਜੁੜੇ ਰਹੋ। ਕਿਸਾਨੀ ਦਾ ਇਹ ਜੋ ਇਸ ਵੇਲੇ ਜੋ ਸੰਘਰਸ਼ ਚੱਲ ਰਿਹਾ ਹੈ, ਇਹ ਉਸ ਵਿਸ਼ੇ ਨੂੰ ਲੈ ਕੇ ਹੈ ਜਿਹੜਾ ਅਕਸਰ ਸਾਲ ਦੇ ਇਹਨਾਂ ਦਿਨਾਂ ਦੌਰਾਨ, ਅਕਤੂਬਰ ਮਹੀਨੇ ਦੇ ਇਹਨਾਂ ਦਿਨਾਂ ਦੌਰਾਨ ਸੁਰਖੀਆਂ ਵਿੱਚ ਹੁੰਦਾ ਹੈ। ਆਮ ਤੌਰ 'ਤੇ ਗੱਲ ਹੁੰਦੀ ਹੈ ਪਰਾਲੀ ਦੇ ਪ੍ਰਦੂਸ਼ਣ ਦੀ, ਪਰ ਐਤਕੀ ਪਰਾਲੀ ਦੀ ਗੱਲ ਤੁਸੀਂ ਨੋਟ ਕੀਤਾ ਹੋਵੇਗਾ ਕਾਫੀ ਘੱਟ ਹੋ ਰਹੀ ਹੈ। ਪਰਾਲੀ ਪ੍ਰਦੂਸ਼ਣ ਦੀ ਗੱਲ ਜਿੰਨੀ ਇਸ ਸਮੇਂ ਇੱਕ ਰੌਲੇ ਵਾਂਗ ਉੱਠਦੀ ਹੁੰਦੀ ਹੈ, ਉਨੀ ਵਿਖਾਈ ਨਹੀਂ ਦੇ ਰਹੀ ਉੱਠਦੀ ਹੋਈ। ਕਾਰਨ ਇਹ ਹੈ ਕਿ ਪਰਾਲੀ ਅਤੇ ਪ੍ਰਦੂਸ਼ਣ ਦਾ ਮੁੱਦਾ ਜਿਹੜੀ ਫਸਲ ਦੇ ਕਰਕੇ ਸੁਰਖੀਆਂ ਵਿੱਚ ਆਉਂਦਾ ਹੈ, ਯਾਨੀ ਕਿ ਝੋਨੇ ਦੀ ਫਸਲ, ਉਸ ਫਸਲ ਦੀ ਖਰੀਦ ਨੂੰ ਲੈ ਕੇ ਐਤਕੀ ਕਾਫੀ ਇੱਕ ਅਸਪਸ਼ਟ ਜਿਹੀ ਸਥਿਤੀ ਬਣੀ ਹੋਈ ਨਜ਼ਰ ਆਈ। ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਨਾ ਹੋ ਰਹੀ ਹੋਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ, ਕਿਸਾਨ ਧਿਰਾਂ ਦਾ ਰੋਸ ਵੀ ਆਪਾਂ ਵੇਖ ਚੁੱਕੇ ਹਾਂ। ਧਰਨਾ ਪ੍ਰਦਰਸ਼ਨ ਵੀ ਪਿਛਲੇ ਦਿਨਾਂ ਦੌਰਾਨ ਸ਼ੁਰੂ ਹੋਏ। ਪੰਜਾਬ ਵਿੱਚ ਵੱਡੇ ਪੱਧਰ ਉੱਤੇ ਕਈ ਥਾਵਾਂ ਉੱਤੇ ਸੰਘਰਸ਼ ਚੱਲਦੇ ਹੋਏ ਵੇਖੇ ਗਏ, ਅਤੇ ਤਾਜ਼ਾ ਜਾਣਕਾਰੀ ਮੁਤਾਬਕ ਪਿਛਲੇ ਦਿਨੀ ਵੀ ਇਹ ਸੰਘਰਸ਼ ਚੱਲਦਾ ਹੋਇਆ ਨਜ਼ਰ ਆਇਆ। ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਜੋ ਕਿ ਪਹਿਲੇ ਕਈ ਮੁੱਦਿਆਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੀਆਂ ਨੇ, ਅਤੇ ਹੁਣ ਇਹ ਜੋ ਸਾਲ ਦੀ ਇੱਕ ਬੜੀ ਪ੍ਰਮੁੱਖ ਫਸਲ ਹੁੰਦੀ ਹੈ ਝੋਨੇ ਦੀ ਫਸਲ, ਜੋ ਮੰਡੀਆਂ 'ਚ ਪਹੁੰਚੀ, ਜਿਸ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਤਾਂ ਹੋਇਆ ਸੀ, ਭਰੋਸਾ ਵੀ ਦਵਾਇਆ ਗਿਆ ਸੀ, ਪਰ ਫਿਰ ਵੀ ਬਹੁਤ ਥਾਵਾਂ ਉੱਤੇ ਕਿਸਾਨਾਂ ਦੇ ਖੱਜਲ ਖੁਆਰ ਹੋਣ ਦੀਆਂ, ਪਰੇਸ਼ਾਨ ਹੋਣ ਦੀਆਂ ਸੂਚਨਾਵਾਂ ਆਉਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਫਿਰ ਰੋਸ ਪ੍ਰਦਰਸ਼ਨ ਦਾ ਸਿਲਸਿਲਾ ਸ਼ੁਰੂ ਕੀਤਾ। ਹੁਣ ਤਾਂ ਕੀ ਕੁਝ ਹੋ ਚੁੱਕਾ ਇਸ ਮਾਮਲੇ ਵਿੱਚ, ਅਤੇ ਮੰਡੀਆਂ ਵਿੱਚ ਕਿਹੋ ਜਿਹੇ ਹਾਲਾਤ ਨੇ, ਕਿਸਾਨ ਨੂੰ ਕਿਹੋ ਜਿਹੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ, ਅਤੇ ਧਰਨਿਆਂ ਕਰਕੇ, ਸੰਘਰਸ਼ ਕਰਕੇ ਜੋ ਲੋਕਾਂ ਨੂੰ ਵੀ ਦਿੱਕਤ ਆਉਂਦੀ ਹੈ, ਉਸ 'ਤੇ ਵੀ ਗੱਲ ਕਰਾਂਗੇ ਅੱਜ ਦੀ ਇਸੇ ਗੱਲਬਾਤ ਵਿੱਚ ਪ੍ਰਮੁੱਖ ਵਿਸ਼ੇ ਵਜੋਂ। ਕਿਉਂਕਿ ਇਸ ਵੇਲੇ ਦਾ ਪੰਜਾਬ ਦਾ ਇੱਕ ਬਹੁਤ ਚਰਚਿਤ ਵਿਸ਼ਾ ਬਣਿਆ ਹੋਇਆ ਹੈ ਝੋਨੇ ਦੀ ਖਰੀਦ, ਅਤੇ ਇਸ ਵਿੱਚ ਜੋ ਕਮੀਆਂ ਪੇਸ਼ੀਆਂ ਕਿਸਾਨ ਜਥੇਬੰਦੀਆਂ ਦੱਸ ਰਹੀਆਂ ਨੇ, ਇਹ ਵਾਲਾ ਮਸਲਾ। ਗੱਲਬਾਤ ਵਿੱਚ ਹੋਰ ਵੀ ਕਈ ਵਿਸ਼ੇ, ਹੋਰ ਵੀ ਕਈ ਨੁਕਤਿਆਂ ਉੱਤੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ। ਖਾਸ ਕਰ ਇਹਨਾਂ ਦਿਨਾਂ ਦੇ ਨਾਲ ਸੰਬੰਧਿਤ ਕੁਝ ਹੋਰ ਤਾਜ਼ਾ ਨੁਕਤੇ, ਕੁਝ ਹੋਰ ਤਾਜ਼ਾ ਮਾਮਲਿਆਂ ਦੀ ਵੀ ਗੱਲ ਕਰਾਂਗੇ ਅੱਗੇ ਜਾ ਕੇ, ਅਤੇ ਤਾਜ਼ਾ ਸਿਆਸੀ ਸਮਾਜਿਕ ਜਥੇਬੰਦੀਆਂ ਅਤੇ ਉਹਨਾਂ ਨਾਲ ਸੰਬੰਧਿਤ ਮੁੱਦਿਆਂ ਦੀ ਵੀ ਗੱਲ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਆਉਣ ਵਾਲੇ ਸਮੇਂ ਦੌਰਾਨ। ਸੋ ਸਾਰੀ ਗੱਲਬਾਤ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ, ਸਮੁੱਚੇ ਸਮੇਂ ਦੌਰਾਨ ਜੁੜੇ ਰਹੋ।
शुरू करते हैं प्रोग्राम विशेष रिपोर्ट का अज का एक ताज़ा अंक द पंजाब टॉक्स चैनल जरिए। किसानां दा संघर्ष एक अजिहा विषय आ जो कुछ हफ्तियां बाद जां तकरीबन हरेक महीने तुहानूं सुनन विच मिलदा होवेगा। इहदे दृश्य भी तुहानूं विखाई दिंदे होणगे। इस महीने यानी कि ये जो अक्तूबर का महीना है, इहदे विच 20 किसानां दा मुद्दा हर साल सुर्खियां विच आउंदा है। जिवें कि आपां पहिलां जिक्र कीता, ज़्यादा इस करके आउंदा है क्योंकि पराली का मुद्दा भखिया हुंदा है कि झोने की रहंद खूंद पराली करके प्रदूषण हुंदा है, तो किसान वाल सारियां उंगलां जिहड़ियां ने वो उठ जांदियां ने। पर ऐतकी पराली की गल बहुत घट हुई है। घट इस करके हुई है क्योंकि पराली की थां रौला उठ पिया है झोने की खरीद का जां खरीद प्रबंधां का। पराली का रौला तो पैना सी जे किसान झोने वाले पासों विहला हो गया हुंदा, पर किसान का झोने की फसल नूं वेचण का काम तो ऐतकी चंगी तरह शुरू भी नहीं हो सकिया। दरअसल बड़े लंबे अरसे बाद पंजाब विच ऐतकी वेख्या गया कि अक्तूबर महीने का अद्धे तो ज़्यादा समा बीतण के बाद भी झोने की खरीद जिस तरीके नाल चल पैनी चाहिदी सी उस तरीके नाल नज़र नहीं आई। तो इसनूं लैके किसान सुभाविक तौर पर काफ़ी गुस्से विच नज़र आए। उन्हां दा रोह वार-वार नज़र आउंदा रहा। पिछले दिनी चंडीगढ़ के किसान भवन विखे मुलाकात भी हुई सी। मुख मंत्री भगवंत मान ਅਤੇ पंजाब सरकार के नुमाइंदियां वालों किसान जथेबंदियां दे नाल मुलाकात भी की गई। भरोसा दवाया गया कि निश्चित समय के अंदर अंदर खरीद शुरू होवेगी। पर इसके बाद भी किसानों का गुस्सा जिहड़ा वो घट नहीं सी होया। ते ताज़ा जानकारी मुताबक किसानों ने जलंधर नेड़े नैशनल हाईवे उत्ते ते फगवाड़ा की एक मिल नेड़े भी धरना लाया। किसानों का रोस ते गुस्सा ज़्यादा यही है कि झोने की सरकारी खरीद जिहड़ी शुरू हो चुकी होनी चाहिए सी, जिस अंदाज में शुरू हो चुकी होनी चाहिए सी उहो जी होई नहीं। तो किसान इस मुद्दे नूं लैके काफ़ी गुस्से विच नज़र आ रहे हैं। इस तो पहला तुहानूं भी दस दईए, चिता करवा दईए कि ऐतकी झोने की खरीद नूं लैके कई अड़िक्के नज़र आए। सिर्फ ये वाला मसला ही नहीं सी कि खरीद सरकारी पद्धर उत्ते शुरू नहीं हो सकी। आड़तियां की जथेबंदी भी संघर्ष के राह पई हुई सी। शैलर मालक जिहड़े ने वो भी रोस प्रदर्शन संघर्ष करते हुए विखाई दिते सी। यही कारण सी जदों पिछले हफ्ते किसान जथेबंदियां वालों 3 घंटियां लई सूबे अंदर चक्का जाम किया गया, रेलां भी रोकियां गईयां अते सड़की आवाजाही जाम की गई सी। तां उस वेले नाल ही शैलर मालक अते आड़तियां दीयां जथेबंदियां ने भी हमायत की सी उस रोस प्रदर्शन की। सो ये सिलसिला चलता रहा है। उन्हां दा रोस प्रदर्शन जिहड़ा वो नज़र आउंदा ही रहा। हुण मौजूदा समय किसान जथेबंदियां दा ये इल्ज़ाम है कि साल के इस समय तक इस महीने के इन्हां दिनां दौरान फसल जिहड़ी आ पूरी तरह मंडियां विच्चों चुक लई होनी चाहिदी सी, पर अजिहा होया नहीं। तो बहुत थावां ते किसान जथेबंदियां दा ये भी इल्ज़ाम है कि मंडियां अनाज दे नाल भरीआं पईआं ने ते कई थावां उपर तां किसानां कोल थां भी नहीं कि मंडी विच अपनी फसल सुੱਟ सकण जां उत्थे रख सकण, क्योंकि जिहड़ी पहिलां दी फसल पहुंची हुई है ਉਹਦੇ अंबार लगे हुए ने वो हाले चुकी नहीं गई, ਉਹਦੀ लिफ्टिंग नहीं हुई। तो सुभाविक तौर पर जिहड़ी फसल हुण आ रही है जां हाले आउणी है ਉਹਦਾ की बनूगा। क्योंकि इत्थे तुहानूं भी दस दईए कि जिहड़ी फसल मंडियां 'च पहुंची आ इस महीने के शुरू च, खास कर जेकर आपां गल करिए तां ये वो फसल है जिहड़ी अगेती लाई गई सी जां शुरू च लग गई सी। जद कि जेकर तुसीं पंजाब के पिंडां विच एक गेड़ा कढ के वेखो जां कोई फेरी पा के वेखो तो बहुते खेतों में तुहानूं हाले भी झोना खड़ा विखाई देगा जो हाले पकना आ, जिहदी हाले वाढी होनी है। तो जदों उहदी वाढी होनी है फिर ये फसल भी मंडियां विच ही जानी है। सो ये एक बहुत ध्यान देने वाला विषय आ। झोने की खरीद की जो गल हुंदी है, ऐतकी दे खरीद प्रबंधां की गल हुंदी है कि फसल का वड्डा हिस्सा हाले मंडियां विच आउणा बाकी है। तो जे हुणे ही इहो जिहे हालात ने तो वाकई ये संबंधी काफ़ी चुस्ती दुरुस्ती नाल काम कीते जाण दी लोड़ है।
ਵਾਪਸ ਜੇਕਰ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਤੇ ਧਰਨੇ ਵੱਲ ਆਈਏ ਤਾਂ ਕਿਸਾਨਾਂ ਨੇ 3 ਘੰਟੇ ਚੱਕਾ ਜਾਮ ਵੀ ਕੀਤਾ ਸੀ ਪਿਛਲੇ ਹਫ਼ਤੇ। ਉਸ ਤੋਂ ਬਾਅਦ ਚੰਡੀਗੜ੍ਹ ਵਿਖੇ ਕਿਸਾਨ ਭਵਨ ਦੇ ਲਾਗੇ ਵੀ ਉਹਨਾਂ ਦਾ ਰੋਸ ਨਜ਼ਰ ਆ ਚੁੱਕਾ ਹੈ। ਮੁੱਖ ਮੰਤਰੀ ਦੇ ਭਰੋਸੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਵੱਡੇ ਪੱਧਰ ਉੱਤੇ ਫਸਲ ਦੀ ਖਰੀਦ ਨੂੰ ਲੈ ਕੇ ਜੋ ਧਰਨੇ ਲਾਏ ਸੀ ਉਹ ਚੁੱਕ ਲਏ ਸੀ। ਟੋਲ ਨਾਕਿਆਂ ਨੇੜੇ ਵੀ ਧਰਨੇ ਚੱਲ ਰਹੇ ਸੀ, ਉਹਨਾਂ ਨੂੰ ਵੀ ਚੁੱਕ ਲਿਆ ਗਿਆ ਸੀ। ਕਈ ਥਾਵਾਂ ਉੱਤੇ ਉਸ ਤੋਂ ਬਾਅਦ ਵੀ ਧਰਨੇ ਲੱਗੇ ਨਜ਼ਰ ਆਏ, ਜਿਵੇਂ ਕਿ ਜਲੰਧਰ ਨੇੜੇ ਨੈਸ਼ਨਲ ਹਾਈਵੇ ਉੱਤੇ। ਸੁਭਾਵਿਕ ਤੌਰ 'ਤੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਵੀ ਕਿਸਾਨ ਜਥੇਬੰਦੀਆਂ ਦਾ ਧਰਨਾ ਲੱਗਦਾ ਹੈ। ਸੋਸ਼ਲ ਮੀਡੀਆ ਉੱਤੇ ਲੋਕੀ ਕਿਸਾਨਾਂ ਦੇ ਖਿਲਾਫ ਭੜਾਸ ਵੀ ਕੱਢਦੇ ਨੇ। ਕਿਸਾਨਾਂ ਨੂੰ ਵਾਰ-ਵਾਰ ਧਰਨੇ ਲਾਉਣ ਲਈ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਤੇ ਲੋਕੀ ਸੋਸ਼ਲ ਮੀਡੀਆ ਉੱਤੇ ਕਿਸਾਨਾਂ ਨੂੰ ਇਹ ਵੀ ਸਲਾਹ ਦਿੰਦੇ ਆ ਕਿ ਉਹ ਸੜਕਾਂ 'ਤੇ ਧਰਨੇ ਲਾ ਕੇ ਲੋਕਾਂ ਨੂੰ ਤੰਗ ਕਰਨ ਦੀ ਥਾਂ ਮੰਤਰੀਆਂ ਦੇ ਘਰ ਕਿਉਂ ਨਹੀਂ ਘੇਰਦੇ, ਸਰਕਾਰੀ ਅਧਿਕਾਰੀਆਂ ਦੇ ਘਰ ਕਿਉਂ ਨਹੀਂ ਘੇਰਦੇ। ਕਿਸਾਨ ਜਥੇਬੰਦੀਆਂ ਦੇ ਆਗੂ ਵੀ ਇਹਦਾ ਜਵਾਬ ਦਿੰਦੇ ਨੇ। ਉਹਨਾਂ ਦਾ ਕਹਿਣਾ ਨੇ ਕਿ ਜੇਕਰ ਉੱਥੇ ਧਰਨੇ ਲਾਏ ਜਾਣਗੇ ਤਾਂ ਉਹ ਪਿਛਲੇ ਦਰਵਾਜ਼ੇ ਨਿਕਲ ਜਾਂਦੇ ਨੇ ਤੇ ਉਹਨਾਂ ਦੇ ਜੋ ਅਧਿਕਾਰੀ ਹੁੰਦੇ ਉਹ ਮੈਮੋਰੈਂਡਮ ਲੈ ਲੈਂਦੇ ਆ, ਪਰ ਉੱਥੇ ਅਸਰ ਨਹੀਂ ਪੈਂਦਾ। ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚਦੀ ਹੀ ਉਦੋਂ ਆ ਜਦੋਂ ਪ੍ਰਸ਼ਾਸਨਿਕ ਤੌਰ 'ਤੇ ਗੱਲ ਹੁੰਦੀ ਹੈ, ਤੇ ਪ੍ਰਸ਼ਾਸਨਿਕ ਤੌਰ 'ਤੇ ਗੱਲ ਉਦੋਂ ਹੁੰਦੀ ਜਦੋਂ ਕਿਸਾਨ ਇਸ ਤਰੀਕੇ ਨਾਲ ਜਨਤਕ ਥਾਂ 'ਤੇ ਧਰਨਾ ਲਾਉਂਦੇ ਨੇ। ਸੋ ਮੁਸ਼ਕਿਲ ਕਿਸਾਨ ਦੀ ਵੀ ਆਪਣੀ ਥਾਂ ਬਿਲਕੁਲ ਸਹੀ ਹੈ ਤੇ ਲੋਕਾਂ ਨੂੰ ਜਿਹੜੀ ਦਿੱਕਤ ਆਉਂਦੀ ਹੈ ਉਹ ਵੀ ਆਪਣੀ ਥਾਂ ਸਹੀ ਹੈ, ਕਿਉਂਕਿ ਆਵਾਜਾਈ ਰੁਕ ਜਾਂਦੀ ਹੈ। ਬਹੁਤ ਸਾਰੇ ਲੋਕ ਜੋ ਜ਼ਰੂਰੀ ਕੰਮ ਲਈ ਨਿਕਲੇ ਹੋਣਗੇ ਉਹਨਾਂ ਨੂੰ ਖੱਜਲ ਖੁਆਰ ਵੀ ਹੋਣਾ ਪੈਂਦਾ, ਇਸ ਵਿੱਚ ਵੀ ਕੋਈ ਸ਼ੰਕਾ ਨਹੀਂ। ਰੇਲ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਤਾਂ ਦੂਰੋਂ ਦੁਰਾਡਿਓਂ ਸਫ਼ਰ ਕਰਨ ਵਾਲੇ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਕਿਸਾਨ ਆਗੂ ਖੁਦ ਇਸ ਗੱਲ ਨੂੰ ਮੰਨਦੇ ਵੀ ਨੇ, ਪਰ ਉਹਨਾਂ ਦਾ ਕਹਿਣਾ ਕਿ ਉਹਨਾਂ ਕੋਲ ਹੋਰ ਕੋਈ ਰਾਹ ਨਹੀਂ ਹੁੰਦਾ। ਹਾਲਾਂਕਿ ਜਦੋਂ ਕਿਸਾਨ ਜਥੇਬੰਦੀਆਂ ਟੋਲ ਨਾਕਿਆਂ ਉੱਤੇ ਧਰਨਾ ਲਾਉਂਦੀਆਂ ਨੇ, ਟੋਲ ਨਾਕੇ ਫ੍ਰੀ ਕਰ ਦਿੰਦੀਆਂ ਨੇ, ਤਾਂ ਲੋਕਾਂ ਨੂੰ ਉਸ ਵੇਲੇ ਕੋਈ ਦਿੱਕਤ ਨਹੀਂ ਹੁੰਦੀ। ਉਸ ਵੇਲੇ ਲੋਕ ਖੂਬ ਆਰਾਮ ਨਾਲ ਉੱਥੋਂ ਛੂੰ ਕਰਕੇ ਗੱਡੀਆਂ ਲੰਘਾ ਕੇ ਤੁਰਦੇ ਜਾਂਦੇ ਨੇ। ਉਸ ਵੇਲੇ ਕਿਸਾਨਾਂ ਦਾ ਧੰਨਵਾਦ ਕੋਈ ਨਹੀਂ ਕਰਦਾ। ਪਰ ਗੱਲ ਇਹ ਹੈ ਕਿ ਦੇਸ਼ ਦਾ ਅੰਨਦਾਤਾ, ਖਾਸ ਕਰ ਪੰਜਾਬ ਦਾ ਅੰਨਦਾਤਾ ਕਈ ਮੁਸ਼ਕਿਲਾਂ ਵਿੱਚ ਘਿਰਿਆ ਰਿਹਾ ਹੈ, ਹੁਣ ਵੀ ਘਿਰਿਆ ਹੋਇਆ ਨਜ਼ਰ ਆਉਂਦਾ ਹੈ। ਤੇ ਉਹਨਾਂ ਵਿੱਚੋਂ ਇੱਕ ਵੱਡੀ ਮੁਸ਼ਕਿਲ ਹੈ ਇਸ ਵੇਲੇ ਝੋਨੇ ਦੀ ਖਰੀਦ ਨਾ ਹੋ ਸਕਣ ਸੰਬੰਧੀ, ਕਿਉਂਕਿ ਇਹ ਖਰੀਦ ਹੋਊਗੀ ਤਾਂ ਕਿਸਾਨ ਦੀ ਜੇਬ 'ਚ 4 ਪੈਸੇ ਆਉਣਗੇ ਤੇ ਉਹ ਤਿਉਹਾਰੀ ਸੀਜ਼ਨ ਮੌਕੇ ਇਸ ਸਮੇਂ ਦੌਰਾਨ ਕੋਈ ਖਰੀਦਦਾਰੀ ਕਰ ਸਕੂਗਾ। ਉਹੀ ਪੈਸੇ ਫਿਰ ਮਾਰਕੀਟ ਵਿੱਚ ਆਉਣੇ ਆ, ਘੁੰਮ ਕੇ ਵਪਾਰੀ ਵਰਗ ਕੋਲ ਵੀ ਆਉਣੇ ਆ। ਸੋ ਇਹ ਇਕੱਲਾ ਕਿਸਾਨ ਦਾ ਮੁੱਦਾ ਨਹੀਂ, ਅਰਥਚਾਰੇ ਦਾ ਮੁੱਦਾ ਆ, ਕਿਉਂਕਿ ਅਰਥਚਾਰੇ ਵਿੱਚ ਰਕਮ ਘੁੰਮਦੀ ਹੈ, ਪੈਸੇ ਦਾ ਆਦਾਨ ਪ੍ਰਦਾਨ ਹੁੰਦਾ ਹੈ। ਤੇ ਜੇ ਕਿਸਾਨ ਕੋਲ ਇਸ ਸੀਜ਼ਨ ਦੇ ਇਸ ਸਮੇਂ ਪੈਸੇ ਨਹੀਂ ਆਉਂਦੇ, ਅਦਾਇਗੀ ਨਹੀਂ ਹੁੰਦੀ, ਤਾਂ ਮਾਰਕੀਟ ਵੀ ਪ੍ਰਭਾਵਿਤ ਹੋਊਗੀ। ਇਹ ਚੀਜ਼ ਵੀ ਚੇਤੇ ਰੱਖਣੀ ਚਾਹੀਦੀ ਹੈ। ਸੋ ਇਹ ਮੁੱਦਾ ਕਿਸਾਨ ਦਾ ਆ, ਪਰ ਦੇਸ਼ ਦੇ ਅਰਥਚਾਰੇ ਦਾ ਵੀ ਆ, ਸਾਡੇ ਸਮਾਜ ਦਾ ਮੁੱਦਾ ਵੀ ਹੈ। ਇਸ ਲਈ ਬੜੇ ਸੰਜੀਦਗੀ ਨਾਲ ਤੇ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਇਸ ਮੁੱਦੇ ਬਾਰੇ ਗੱਲ ਕਰਨੀ ਚਾਹੀਦੀ, ਦੀ ਰਾਏ ਦੇਣੀ ਚਾਹੀਦੀ ਹੈ। ਤੇ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਕਿਸਾਨਾਂ ਦੀ ਮੰਡੀਆਂ ਵਿੱਚ ਖੱਜਲ ਖੁਆਰੀ ਨਾ ਹੋਵੇ, ਸਾਰੀ ਫਸਲ ਚੁੱਕੀ ਜਾਵੇ, ਸਮੇਂ ਸਿਰ ਅਦਾਇਗੀ ਹੋਵੇ, ਕਿਸਾਨ ਵੀ ਆਪਣੇ ਘਰ ਨੂੰ ਜਾਵੇ ਰਾਜ਼ੀ ਖੁਸ਼ੀ, ਤੇ ਸਰਕਾਰ ਵੀ ਆਪਣਾ ਪ੍ਰਬੰਧ ਚਲਾਵੇ ਤੇ ਨਾ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਆਵਾਜਾਈ ਵਿੱਚ ਦਿੱਕਤ ਪੇਸ਼ ਆਵੇ। ਇਹ ਸਾਰੀਆਂ ਚੀਜ਼ਾਂ ਹੋਣ, ਇਸ ਦੀ ਅਸੀਂ ਕਾਮਨਾ ਕਰਦੇ ਹਾਂ। ਸੋ ਇਹ ਸੀ ਕਿਸਾਨਾਂ ਦੇ ਮਸਲੇ ਦੀ ਗੱਲ। ਇਸ ਵੇਲੇ ਜੋ ਤਾਜ਼ਾ ਸੰਘਰਸ਼ ਤੇ ਉਸ ਦਾ ਜੋ ਵਿਸ਼ਾ ਚੱਲ ਰਿਹਾ ਹੈ ਉਸ ਦੀ ਗੱਲ। ਇਸ ਤੋਂ ਇਲਾਵਾ ਵੀ ਕਿਸਾਨਾਂ ਦੇ ਕਈ ਹੋਰ ਸੰਘਰਸ਼ ਪਿਛਲੇ ਕਿਸਾਨੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਨੂੰ ਲੈ ਕੇ ਵੀ ਚੱਲ ਰਹੇ ਨੇ, ਉਹਨਾਂ ਦੀ ਵੀ ਗੱਲ ਨਾਲੋਂ ਨਾਲ ਹੁੰਦੀ। ਚੋਣਾਂ ਦੇ ਮਾਹੌਲ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋ ਚੁੱਕੀਆਂ ਨੇ, ਪੰਚਾਇਤਾਂ ਚੁਣੀਆਂ ਜਾ ਚੁੱਕੀਆਂ ਨੇ, ਨਵੇਂ ਸਰਪੰਚ ਅਤੇ ਪੰਚ ਚੁਣੇ ਜਾ ਚੁੱਕੇ ਨੇ। ਸੋ ਪੇਂਡੂ ਸਿਆਸਤ ਵਿੱਚ ਹੁਣ ਜੋ ਸਰਗਰਮੀ ਚੱਲ ਰਹੀ ਸੀ ਪਿਛਲੇ ਕੁਝ ਦਿਨਾਂ ਦੀ, ਉੱਥੇ ਮਾਹੌਲ ਹੁਣ ਕੁਝ ਸ਼ਾਂਤ ਹੋਇਆ ਤੇ ਹੁਣ ਸਾਰਾ ਧਿਆਨ ਲੱਗ ਗਿਆ ਹੈ ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ 'ਤੇ ਜੋ ਜ਼ਿਮਨੀ ਚੋਣ ਹੋਣੀ ਹੈ, ਜਿਹੜੀ ਕਿ ਆਉਂਦੇ ਨਵੰਬਰ ਮਹੀਨੇ 13 ਨਵੰਬਰ ਨੂੰ ਵੋਟਾਂ ਪੈਣੀਆਂ ਨੇ 4 ਵਿਧਾਨ ਸਭਾ ਸੀਟਾਂ ਉੱਤੇ, ਗਿੱਦੜਬਾਹਾ, ਬਰਨਾਲਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ। ਉਹ ਸੀਟਾਂ ਜਿਹੜੀਆਂ ਕਿ ਖਾਲੀ ਹੋਈਆਂ ਸਨ ਕਿਉਂਕਿ ਉੱਥੋਂ ਜੋ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਉਹਨਾਂ ਵੱਲੋਂ ਆਪੋ ਆਪਣੇ ਵਿਧਾਨ ਸਭਾ ਹਲਕੇ ਤੇ ਉਹਨਾਂ ਦੇ ਸੀਟਾਂ ਜਿਹੜੀਆਂ ਨੇ ਉਹ ਖਾਲੀ ਕੀਤੀਆਂ ਗਈਆਂ। ਸੋ ਉੱਥੇ ਚੋਣ ਹੋਣੀ ਹੈ
ਤੇ ਚੋਣ ਦਾ ਐਲਾਨ ਹੋ ਚੁੱਕਾ। 13 ਨਵੰਬਰ ਨੂੰ ਵੋਟਾਂ ਪੈਣੀਆਂ ਨੇ ਤੇ 23 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ 10 ਦਿਨ ਬਾਅਦ। ਨਾਲ ਹੀ ਮਹਾਰਾਸ਼ਟਰ ਤੇ ਝਾਰਖੰਡ ਦੋ ਸੂਬਿਆਂ ਵਿੱਚ ਅਸੈਂਬਲੀ ਚੋਣਾਂ ਵੀ ਹੋਣੀਆਂ ਨੇ, ਉਹਨਾਂ ਦੇ ਨਤੀਜੇ ਵੀ ਨਾਲੋਂ ਨਾਲ ਐਲਾਨੇ ਜਾਣੇ ਨੇ। ਹੁਣ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਵਿੱਚ ਇਹਨਾਂ 4 ਸੀਟਾਂ ਉੱਤੇ ਜ਼ਿਮਨੀ ਚੋਣ ਹੋਣੀ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਵਿੱਚੋਂ ਸਭ ਤੋਂ ਪਹਿਲਾਂ ਸੂਬੇ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨ ਦਿੱਤੇ ਨੇ। 4 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਆਪਾਂ ਵੇਖਦੇ ਰਹੇ ਕਿ ਪੰਜਾਬ ਵਿੱਚ ਉਮੀਦਵਾਰਾਂ ਦੇ ਨਾਂ ਐਲਾਨ ਕਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਮੂਹਰੀ ਰਹੀ ਹੈ। ਲੋਕ ਸਭਾ ਚੋਣਾਂ ਦੀ ਗੱਲ ਹੋਵੇ ਜਾਂ ਉਸ ਤੋਂ ਪਹਿਲਾਂ ਹੋਈਆਂ ਜ਼ਿਮਨੀ ਚੋਣਾਂ ਦੀ ਵੀ ਜੇਕਰ ਗੱਲ ਹੋਵੇ, ਐਤਕੀ ਵੀ ਜਦੋਂ ਬਾਕੀ ਸਿਆਸੀ ਪਾਰਟੀਆਂ ਹਾਲੇ ਉਮੀਦਵਾਰਾਂ ਦੇ ਨਾਵਾਂ ਉੱਤੇ ਚਰਚਾ ਕਰ ਰਹੀਆਂ ਨੇ, ਜੋੜ ਤੋੜ ਗਣਿਤ ਸਾਰੇ ਸਮੀਕਰਨ ਸਮਝ ਰਹੀਆਂ ਨੇ, ਤਾਂ ਆਮ ਆਦਮੀ ਪਾਰਟੀ ਨੇ ਉਮੀਦਵਾਰ ਵੀ ਐਲਾਨ ਦਿੱਤੇ ਨੇ। ਪਿਛਲੇ ਦਿਨੀ ਅਧਿਕਾਰਤ ਤੌਰ 'ਤੇ ਆਮ ਆਦਮੀ ਪਾਰਟੀ ਦੀ ਤਰਫੋਂ ਐਲਾਨ ਹੋਇਆ ਕਿ ਗਿੱਦੜਬਾਹਾ ਤੋਂ ਹਰਦੀਪ ਸਿੰਘ ਉਰਫ ਡਿੰਪੀ ਢਿੱਲੋਂ, ਜੋ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਵਿੱਚ ਸਨ, ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਮੰਨੇ ਜਾਂਦੇ ਸੀ, ਉਹਨਾਂ ਦੇ ਨਾਲ ਵਿਛੜਦੇ ਵੀ ਰਹੇ, ਫਿਰ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਜਿਵੇਂ ਕਿ ਸੰਭਾਵਨਾ ਸੀ, ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦੀ ਤਰਫੋਂ। ਇਸ ਤੋਂ ਇਲਾਵਾ ਹਰਿੰਦਰ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਬਰਨਾਲਾ ਤੋਂ, ਜੋ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਜੋ ਮੈਂਬਰ ਪਾਰਲੀਮੈਂਟ ਚੁਣੇ ਜਾ ਚੁੱਕੇ ਨੇ, ਉਹਨਾਂ ਦੇ ਕਾਫੀ ਨਜ਼ਦੀਕੀ ਦੱਸੇ ਜਾਂਦੇ ਨੇ, ਉਹ ਉਮੀਦਵਾਰ ਬਣਾਏ ਗਏ ਨੇ। ਚੱਬੇਵਾਲ ਤੋਂ ਇਸ਼ਾਂਕ ਚੱਬੇਵਾਲ ਨੂੰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਿਆ, ਜਦ ਕਿ ਡੇਰਾ ਬਾਬਾ ਨਾਨਕ ਦੀ ਸੀਟ ਤੋਂ ਗੁਰਦੀਪ ਸਿੰਘ ਰੰਧਾਵਾ ਨੂੰ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਵਿੱਚ ਉਤਾਰਨ ਦਾ ਐਲਾਨ ਕੀਤਾ। ਸੋ 4 ਸੀਟਾਂ ਉੱਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਆਮ ਆਦਮੀ ਪਾਰਟੀ ਨੇ ਕੀਤਾ। ਪਾਰਟੀ ਦੇ ਅਧਿਕਾਰਤ ਲੈਟਰ ਪੈਡ ਉੱਤੇ ਸੰਦੀਪ ਪਾਠਕ ਦੀ ਦਸਤਖਤਾਂ ਹੇਠ ਜੋ ਚਿੱਠੀ ਮੀਡੀਆ ਵਿੱਚ ਆਈ, ਉਸ ਮੁਤਾਬਕ ਇਹ ਨਾਂ ਜਿਹੜੇ ਨੇ ਪੱਕੇ ਕੀਤੇ ਗਏ ਨੇ। ਸੋ ਸਭ ਤੋਂ ਪਹਿਲਾਂ ਉਮੀਦਵਾਰ ਐਲਾਨ ਕੇ ਆਮ ਆਦਮੀ ਪਾਰਟੀ ਨੇ ਇਹਨਾਂ 4 ਹਲਕਿਆਂ ਦੀ ਜ਼ਿਮਨੀ ਚੋਣ ਲਈ ਸਿਆਸੀ ਮਾਹੌਲ ਪਖਾ ਦਿੱਤਾ। ਹੁਣ ਵੇਖਣਾ ਇਹ ਹੈ ਕਿ ਬਾਕੀ ਸੀਟਾਂ ਉੱਤੇ, ਜਾਂ ਕਹਿ ਲਓ ਕਿ ਬਾਕੀ ਸਿਆਸੀ ਪਾਰਟੀਆਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਦੋਂ ਕਰਦੀਆਂ ਨੇ ਤੇ ਕੌਣ-ਕੌਣ ਉਹਨਾਂ ਵੱਲੋਂ ਉਮੀਦਵਾਰ ਐਲਾਨਿਆ ਜਾਂਦਾ ਹੈ। ਭਾਜਪਾ ਦੀ ਤਰਫੋਂ ਕੇਵਲ ਢਿੱਲੋਂ ਦਾ ਨਾਮ ਵੀ ਸੁਰਖੀਆਂ ਵਿੱਚ ਚੱਲ ਰਿਹਾ ਹੈ। ਪੰਜਾਬ ਕਾਂਗਰਸ ਦੀ ਤਰਫੋਂ ਗਿੱਦੜਬਾਹਾ ਸੀਟ ਉੱਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦਾ ਨਾਮ ਵੀ ਸੁਰਖੀਆਂ ਵਿੱਚ ਚੱਲ ਰਿਹਾ ਹੈ। ਗਿੱਦੜਬਾਹਾ ਦੀ ਸੀਟ ਜੋ ਕਿ ਕਾਂਗਰਸ ਦੇ ਕੋਲ ਸੀ, ਰਾਜਾ ਵੜਿੰਗ ਇੱਥੋਂ MLA ਚੁਣੇ ਗਏ ਸੀ। ਡੇਰਾ ਬਾਬਾ ਨਾਨਕ ਦੀ ਸੀਟ ਵੀ ਕਾਂਗਰਸ ਕੋਲ ਸੀ, ਜਿੱਥੋਂ ਕਿ ਚੁਣੇ ਗਏ ਸਨ ਸੁਖਜਿੰਦਰ ਸਿੰਘ ਸੁਖੀ ਰੰਧਾਵਾ, ਬਾਅਦ 'ਚ MP ਬਣ ਗਏ। ਬਰਨਾਲੇ ਦੀ ਸੀਟ ਆਮ ਆਦਮੀ ਪਾਰਟੀ ਕੋਲ ਸੀ, ਗੁਰਮੀਤ ਸਿੰਘ ਮੀਤ ਵਾਲੀ, ਤੇ ਰਾਜਕੁਮਾਰ ਚੱਬੇਵਾਲ ਦੀ ਸੀਟ ਜਿਹੜੀ ਚੱਬੇਵਾਲ, ਉਹ ਵੀ ਆਮ ਆਦਮੀ ਪਾਰਟੀ ਕੋਲ ਹੀ ਆਪਾਂ ਉਸ ਸੀਟ ਨੂੰ ਕਹਾਂਗੇ। ਸੋ ਉੱਥੇ ਵੀ ਜ਼ਮੀਨੀ ਚੋਣ ਜਿਹੜੀ ਆ ਹੋਣੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਕੀ ਨੀਤੀ ਹੋਵੇਗੀ, ਇਹ ਹਾਲੇ ਸਪਸ਼ਟ ਨਹੀਂ ਹੋ ਸਕਿਆ। ਸੁਖਬੀਰ ਸਿੰਘ ਬਾਦਲ ਚਾਹਵਾਨ ਦੱਸੇ ਜਾਂਦੇ ਰਹੇ ਨੇ। ਕੁਝ ਸੂਚਨਾਵਾਂ ਮੁਤਾਬਕ, ਅਫਵਾਹਾਂ ਮੁਤਾਬਕ ਗਿੱਦੜਬਾਹਾ ਤੋਂ ਚੋਣ ਲੜਨ ਲਈ ਮਨਪ੍ਰੀਤ ਬਾਦਲ ਦਾ ਨਾਮ ਵੀ ਸੁਰਖੀਆਂ ਵਿੱਚ ਰਿਹਾ ਹੈ ਕਾਫੀ ਸਮਾਂ। ਸੋ ਵੇਖਣਾ ਹੈ ਕਿ ਕਿਹੜੇ ਉਮੀਦਵਾਰ ਦੇ ਨਾਂ ਉੱਤੇ ਮੋਹਰ ਲੱਗਦੀ ਹੈ। ਫਿਲਹਾਲ ਇੱਕ ਧਿਰ ਅਜਿਹੀ ਹੈ ਜਿਸ ਨੇ ਇਹਨਾਂ ਚੋਣਾਂ ਨੂੰ ਨਾ ਲੜਨ ਦਾ ਐਲਾਨ ਕੀਤਾ, ਉਹ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਜੋ ਬਾਗੀ ਧੜਾ ਹੋ ਕੇ ਆਗੂ ਵਿਚਰੇ ਨੇ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਨਾਂ ਤਹਿਤ ਜੋ ਆਗੂ ਲਗਾਤਾਰ ਵਿਚਰ ਰਹੇ ਨੇ, ਉਹਨਾਂ ਦੇ ਸੀਨੀਅਰ ਆਗੂਆਂ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਕਿ ਉਹ ਇਹ ਜ਼ਿਮਨੀ ਚੋਣਾਂ ਨਹੀਂ ਲੜਨਗੇ। ਉਹਨਾਂ ਦੀ ਧਿਰ ਨਾਲ ਜ਼ਿਮਨੀ ਚੋਣਾਂ ਤੋਂ ਦੂਰ ਰਹੇਗੀ, ਸਗੋਂ ਉਹਨਾਂ ਦੀ ਕਵਾਇਦ ਹੈ ਕਿ ਉਹ ਸਾਰਾ ਧਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਉੱਤੇ ਲਾ ਰਹੇ ਨੇ, ਜਿੱਥੇ ਉਹਨਾਂ ਵੱਲੋਂ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਮੌਜੂਦਾ ਸਮੇਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਪ੍ਰਮੁੱਖ ਇਸਤਰੀ ਆਗੂ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਬਣਾਇਆ ਗਿਆ। ਤੇ ਇਹ ਧੜਾ ਕਾਫੀ ਆਸਵੰਦ ਹੈ ਕਿ ਐਤਕੀ ਪਿਛਲੀਆਂ ਕੋਸ਼ਿਸ਼ਾਂ ਤੋਂ ਬਿਹਤਰ ਪ੍ਰਦਰਸ਼ਨ ਬੀਬੀ ਜਗੀਰ ਕੌਰ ਦਾ ਹੋ ਸਕਦਾ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਸਮੇਂ। ਪਰ ਵੇਖਣਾ ਹੈ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ, ਜੋ ਜ਼ਿਆਦਾਤਰ ਬਾਦਲ ਧੜੇ ਨਾਲ ਸੰਬੰਧਿਤ ਹੀ ਦੱਸੇ ਜਾਂਦੇ ਨੇ, ਉਹ ਕ੍ਰਾਸ ਵੋਟਿੰਗ ਕਰਨਗੇ ਜਾਂ ਨਤੀਜਾ ਪ੍ਰਭਾਵਿਤ ਕਰਨਗੇ, ਇਹ ਹਾਲੇ ਵੇਖਣ ਵਾਲਾ ਪਹਿਲੂ ਹੈ। ਸੋ ਫਿਲਹਾਲ ਸਪਸ਼ਟ ਜਾਣਕਾਰੀ ਇਹ ਹੈ
कि श्रोमणी अकाली दल सुधार लहर ने जिमनी चोणां ना लड़न का फैसला किया तो सारा ध्यान उन्होंने वालों श्रोमणी कमेटी प्रधान की चोण पर लाया जा रहा, जिथे बीबी जगीर कौर उन्हां दी तरफों उम्मीदवार होणगे। गल जेकर चोणां दी करिए तो महाराष्ट्र ते झारखंड सूबे विच भी पंजाब दीयां 4 असैंबली सीटां दी जिमनी चोण दे नाल ही वोटां पैणीਆਂ ने। महाराष्ट्र विच भी गठजोड़ नूं लैके लगातार गलबात चल रही है। भाजपा ते एकनाथ शिंदे वाले धड़े की मौजूदा समय सरकार है। उद्धव ठाकरे वाला धड़ा तो कांग्रेस ते एनसीपी का गठजोड़ भी है। महागठजोड़ का नाम जिसनूं दिता गया सी, उस वालों भी लगातार कवायद चल रही है अपनी। तो दूजे बन्ने झारखंड विच राष्ट्रीय जनता दल आरजेडी 12 के करीब सीटां उत्ते चोण लड़न की मंग कर रहे हैं। उत्थे भी चर्चा चल रही है क्योंकि झारखंड सूबा बिहार विचों ही बनाया गया सी, बिहार दे नाल लगदे खित्ते विचों ही। सो उत्थे बिहार विच प्रमुख धिर है आरजेडी, सत्ता विच भी रह चुकी है नीतीश कुमार दे पलटे तो पहलां। ते झारखंड दे विच भी काफ़ी तरह की कवायद चलती रही है सरकार बनाउण नूं लैके। झारखंड मुक्ति मोर्चा भी एक प्रमुख सियासी धिर है उत्थों की। हेमंत सोरेन दे नाल गलबात की है तेजस्वी यादव ने बीते दिन तो गठजोड़ विच किन्नियां सीटां आउणगीआं इहदा भी उन्होंने जिक्र किया। तो एक संकेत जिहा भी दे दिता है कि जेकर उन्होंने गल नहीं मानी जाती तो अड्ड भी चोणां लड़ सकते हैं, पर नाल ये भी कहा है कि अड्ड चोणां लड़ के वो इंडिया गठजोड़ नूं नुकसान नहीं पहुँचाउणगे। ये भी आरजेडी दे बुलारे मनोज झा ने बीते दिन ही स्पष्ट किया। सो चोण सरगर्मी सारे पासे चल पई है, पंजाब विच भी, महाराष्ट्र विच भी अते झारखंड विच भी। सियासी जोड़ तोड़ भी लगने शुरू हो गए ने। अंकड़ियां दे समीकरण समझण की कवायद सियासी पार्टियां ने शुरू कर दी है। इस तो बाद पिछले कुछ दिनों तो आप वेख रहे हैं कि देश अंदर हवाई जहाज़ों विच बंब रखे होने दीयां बहुत सूचनावां आ रही ने, अफवाह आ रही ने, धमकियां आ रही ने। धमकियां लफ्ज़ शायद सब तो ढुकवां लगता है क्योंकि जिन्नियां भी इहो जिहियां सूचनावां आईयां पड़ताल तो बाद गलत साबित होईयां, अफवाहां ही साबित होईयां। पर एक अजिहा मसला इनू हल्के च नहीं लिया जा सकता, इनू गंभीरता नाल लिया जाना जरूरी हुंदा है। जो भी इहो जी सूचना आउंदी है, धमकी आउंदी है तो फौरी तौर पर पड़ताल की जाती है। हवाई जहाज़ों का रूट डाइवर्ट किया जाता है, बदलिया जाता है। पिछले दिन भी एक फ्लाइट नूं जर्मनी के फ्रैंकफर्ट विखे उतारना पिया सी। विस्तारा दे एक प्लेन संबंधी भी सूचना आई सी एयर इंडिया तो बाद। तो कई इहो जिहियां मामले ते सूचनावां आउण तो बाद कार्रवाई भी की गई है। DGCA के मुखी नूं भी अहुदे तो हटाया गया तो करड़ी सुरक्षा ते जांच पड़ताल के काम जिहड़े ने रंभे गए ने। जरूरी भी है सरकार वालों कदम चुके जाने क्योंकि यात्रियों की सुरक्षा बहुत ज़्यादा जरूरी है। तो इन्हां अफवाहां दे पिछे कौन है उस तक भी पहुँचा जाना जरूरी है क्योंकि ये बड़ा संजीदा मुद्दा है, लोगों की सुरक्षा का मुद्दा बनता है। इस तो बाद गल कौमांतरी मसले की करिए तो इजराइल वालों गाजा पट्टी उत्ते हमले किए गए हैं। पिछले दिन इजराइल वालों याहिया सिनवर हमास के मुखी के मारे जाने का जो दावा किया गया, उस तो बाद गाजा विखे होर भयंकर हमले भी किए गए हैं। वड्डे पद्धर उत्ते जानी माली नुकसान भी होया। सो ये मसला लगातार चल रहा है तो जानी माली नुकसान के अंकड़े भी वध रहे हैं, जो चिंता का विषय बनता है। ਅਤੇ कौमांतरी पद्धर की एक जानकारी ये भी है कि पंजाबियों की प्रवास पक्षों पहली पसंद बनते देश कैनेडा विच ब्रिटिश कोलंबिया जिथे कि पंजाबियों की काफ़ी वसों है, उत्थे चोणां होईयां ने ते 14 पंजाबी उम्मीदवार जिहड़े ने चोण जिते ने। वड्डी जनतक नुमाइंदगी पंजाबियों कोल आई है। हालांकि किसी पार्टी नूं स्पष्ट बहुमत शुरुआत विच तां मिलदा होया विखाई नहीं दिता, पर पंजाबियों अंदर एक उत्साह की लहर इस चीज़ को लैके जरूर वेखी गई कि वड्डी गिणती विच पंजाबी उम्मीदवार जिन्होंने चोण लड़ी वो चोण जिते भी ने, तो इन्हां विच कई महिला आगू भी शामिल ने। सो कैनेडा विच एक होर सूबे विच एक बार फिर पंजाबी चोणां दे मैदान विच भी कामयाब हुए ने, जिवें कि उत्थों दे बाकी सारे खेतरां विच वर्गां विच भी पंजाबी लगातार सफलता के झंडे गढ़ रहे हैं।
ਅਤੇ ਇਸ ਦੇ ਨਾਲ ਹੀ ਵੇਲਾ ਮੁਕੰਮਲ ਹੁੰਦਾ ਹੈ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਦਾ, ਜਿਸ ਨੂੰ ਤੁਸੀਂ ਦ ਪੰਜਾਬ ਟਾਕਸ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ। ਅੱਜ ਦੀ ਇਸ ਗੱਲਬਾਤ ਨਾਲ ਤੁਸੀਂ ਜੁੜੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਨਵੀਂ ਵਿਸ਼ੇਸ਼ ਰਿਪੋਰਟ ਲੈ ਕੇ ਨਵੇਂ ਅੰਕ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਨਵੀਆਂ ਜਾਣਕਾਰੀਆਂ ਲੈ ਕੇ। ਤਦ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ। ਵੇਖਦੇ ਰਹੋ ਦ ਪੰਜਾਬ ਟਾਕਸ ਚੈਨਲ। ਬਹੁਤ ਬਹੁਤ ਧੰਨਵਾਦ।